आज जिस आर्थिक पैकेज का ऐलान हो रहा है उसे जोड़ दें तो ये करीब करीब 20 लाख करोड़ रुपए का है। पहली गल तो इनू पैकेज नहीं कहना चाहिए, ये कर्जा है। 80% तो ज्यादा ਇਹਦੇ ਵਿੱਚ ਲੋਨ ਹੈ। सो लोन ਨੂੰ ਆਪਾਂ पैकेज ਕਿਵੇਂ ਕਹਿ ਸਕਦੇ ਹਾਂ? ਸਿੱਧਮ ਸਿੱਧਾ 4000 ਕਰੋੜ ਤੇ ਡਾਕਾ ਵੱਜਿਆ ਜੀ ਪੰਜਾਬ ਦੇ ਮੰਡੀਕਰਨ ਬੋਰਡ ਦੀ ਮਾਰਕੀਟ ਫੀਸ ਤੇ। ਇਹ ਕਹਿੰਦੇ ਜੀ ਅਸੀਂ ਇਹ ਕਾਨੂੰਨ ਬਣਾ ਦਾਂਗੇ ਕਿ ਜਿਹੜਾ ਕਿਸਾਨ ਹੈ ਉਹ ਆਪਣੀ ਫਸਲ ਨੂੰ ਦੇਸ਼ ਦੇ ਵਿੱਚ ਕਿਤੇ ਮਰਜ਼ੀ ਵੇਚ ਲੇ। ਇਹ ਕੋਈ ਨਵਾਂ ਕਾਨੂੰਨ ਥੋੜੀ ਹੈ। ਪਹਿਲਾਂ ਹੀ GST ਦੇ ਰੂਪ ਦੇ ਵਿੱਚ ਇੱਕ ਠੂਠਾ ਸਟੇਟਾਂ ਨੂੰ ਫੜਾ ਦਿੱਤਾ ਗਿਆ ਸੀਗਾ। ਕੀ ਹੋਊਗਾ? ਫਰਜ਼ ਕਰ ਲਓ ਕੋਈ 2000 ਏਕੜ ਦਾ ਕਲਸਟਰ ਬਣਿਆ, ਕਿਤੇ 2000 ਏਕੜ ਇਕੱਠੀ ਕੀਤੀ ਹੈ ਤੇ ਮੇਰੇ 15 ਏਕੜ ਜ਼ਮੀਨ ਆ ਉਹ 'ਚ, ਤਾਂ ਮੈਨੂੰ ਕਿਹਾ ਜਾਊਗਾ ਕਿ 21 ਸਾਲ ਦਾ ਜਾਂ 31 ਸਾਲ ਦਾ ਐਗਰੀਮੈਂਟ ਕਰ ਸਾਡੇ ਨਾਲ, ਲੀਜ਼ ਤੇ ਦੇਂਗਾ, ਇੰਨੇ ਲੀਜ਼ ਹੋਊਗੀ, ਸਰਕਾਰ ਨੇ ਇੰਨੀ ਲੀਜ਼ ਤੈਅ ਕੀਤੀ ਹੈ ਤੇ ਇੰਨੇ ਜਿਹੜਾ ਉਹਦੇ 'ਚ ਵਾਧਾ ਹੋਇਆ ਕਰੂ ਹਰ ਸਾਲ, ਤੇ ਉਸ ਤੋਂ ਬਾਅਦ ਇਹ ਜ਼ਮੀਨ ਸਾਡੀ ਹੋਗੀ। ਤੂੰ ਜੇ ਦਿਹਾੜੀ ਕਰਨ ਆਉਣਾ ਤੇ ਇੱਥੇ ਆ ਜਾ ਕਰ, ਨਹੀਂ ਤੇਰਾ ਕੋਈ ਕੰਮ ਨਹੀਂ, ਸਾਨੂੰ ਡਿਸਟਰਬ ਨਾ ਕਰਿਓ। ਫਿਰ ਦੁਬਾਰਾ ਅਸੀਂ ਉਹ ਮੁਜ਼ਾਹਰਾ ਕਲਚਰ ਜਿਹੜਾ ਜਾਂ ਜਿਹੜੀ ਗੁਲਾਮੀ ਦੀ ਪ੍ਰਥਾ ਵੱਲ ਫਿਰ ਦੁਬਾਰਾ ਸਾਨੂੰ ਲੈ ਕੇ ਜਾਣ ਦਾ ਬਹੁਤ ਵੈਲ ਪਲੈਨਡ ਇਹ ਜਿਹੜਾ ਨੀਤੀਆਂ ਚੱਲ ਰਹੀਆਂ ਨੇ। ਪੰਜਾਬ ਖੁਸ਼ਕਿਸਮਤ ਹੈ ਕਿ 6 ਸਾਲ ਤੋਂ ਪੰਜਾਬ ਕੋਲੇ ਫੂਡ ਪ੍ਰੋਸੈਸਿੰਗ ਮਿਨਿਸਟਰੀ ਹੈ ਸੈਂਟਰ ਦੀ। ਹਰਸਿਮਰਤ ਕੌਰ ਜੀ ਸਾਡੇ ਫੂਡ ਪ੍ਰੋਸੈਸਿੰਗ ਮਿਨਿਸਟਰ ਨੇ। ਬਟ ਇੱਕ ਸਿੰਗਲ ਪ੍ਰੋਜੈਕਟ ਵੀ, ਐਗਰੇਰੀਅਨ ਸਟੇਟ ਹੈ ਪੰਜਾਬ, ਇੱਕ ਸਿੰਗਲ ਪ੍ਰੋਜੈਕਟ ਵੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਜੇ ਪੰਜਾਬ 'ਚ ਆਇਆ ਹੋਵੇ ਤਾਂ ਉਹ ਦੱਸ ਦੇਣ। ਇੱਕ ਬਠਿੰਡੇ ਆਇਆ ਸੀ, ਉਹ NPA ਹੋ ਗਿਆ, ਹੋਣ ਵਾਲੇ ਦੀਵਾਲੀ ਆਪਾਂ ਉਹ ਨਿਕਲ ਗਿਆ ਉਹਦਾ। ਤਾਂ ਮੋਦੀ ਸਾਹਿਬ ਆਤਮ ਨਿਰਭਰਤਾ ਦੀ ਗੱਲ ਕਰ ਗਏ ਤੇ ਅਗਲੇ ਦਿਨ ਹੀ ਮੈਡਮ ਨਿਰਮਲਾ ਸੀਤਾਰਮਨ ਨੇ ਅਨਾਉਂਸ ਕਰਤਾ ਕਿ 49% ਤੋਂ ਵਧਾ ਕੇ FDI ਜਿਹੜੀ ਹੈ 74% ਕੀਤੀ ਜਾਂਦੀ ਹੈ ਡਿਫੈਂਸ 'ਚ। ਡਿਫੈਂਸ ਇਹਨਾਂ ਨੇ ਜਿਹੜਾ ਉਹ ਗਿਰਵੀ ਰੱਖਤਾ। 에ਅਰ ਇੰਡੀਆ ਵਿਕਾਊ ਹੈ ਜੀ, LIC ਉਹ ਵੇਚ ਰਹੇ ਨੇ, ਰੇਲਵੇ ਵੇਚਣ ਦੀ ਤਿਆਰੀ ਹੈ, 에ਅਰਪੋਰਟ ਸਾਰੇ ਵੇਚਤੇ। ਜਿਹੜੇ ਇਹ ਪੈਕੇਜ ਆ ਰਹੇ ਨੇ ਇਹ ਕਰੋਨਾ ਦੇ ਮੋਢੇ ਤੇ ਧਰ ਕੇ ਉਦਯੋਗਪਤੀਆਂ ਵਾਸਤੇ ਚਲਾਇਆ ਜਾ ਰਿਹਾ। ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਦਿਹਾੜੀਆਂ ਸਭ ਖਤਮ ਹੋ ਗਈਆਂ। ਤਾਂ ਅਮਰੀਕਾ ਕੈਨੇਡਾ ਤਾਂ 2-2000 3-3000 ਡਾਲਰ ਹਰ ਘਰ ਦੇ ਹਰ ਅਕਾਊਂਟ ਦੇ ਵਿੱਚ ਕੈਸ਼ ਪਾ ਰਿਹਾ ਜੀ। ਜਦੋਂ ਉਦੋਂ ਗੱਲ ਕਰਦੇ ਆ ਵੀ ਉਹ ਪਾ ਰਹੇ ਨੇ, ਉਦੋਂ ਕਹਿੰਦੇ ਨੇ ਉਹ ਡਿਵੈਲਪ ਕੰਟਰੀ ਨੇ ਜੀ। ਜੁਰਮਾਨੇ ਲਾਉਣ ਵਾਰੀ ਉਹਨਾਂ ਦੀ ਰੀਸ ਔਰ ਜੁਮਲੇ ਆ ਰਹੇ ਨੇ, ਲੋਕਲ को वोकल करना है। अपनी बालकोनी में खड़े होकर आपने मोमबत्ती जलानी है। सर बालकोनियां किन्नियां कोले ने? ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਗਿਆ ਅਤੇ ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਲਈ 20 ਲੱਖ ਕਰੋੜ ਦਾ ਪੈਕੇਜ ਦੇਣ ਦਾ ਐਲਾਨ ਵੀ ਕੀਤਾ, ਜਿਸ ਉੱਤੇ ਸਿਆਸਤ ਗਰਮਾਈ ਹੋਈ ਹੈ ਤੇ 20 ਲੱਖ ਕਰੋੜ ਦੇ ਪੈਕੇਜ ਉੱਤੇ ਭਗਵੰਤ ਮਾਨ ਨੇ ਵੀ ਚੁਟਕੀ ਲਈ ਹੈ। ਜਿਹੜੀ ਕਰੋਨਾ ਮਹਾਮਾਰੀ ਹੈ ਉਹਦੇ ਨਾਲ ਹੁਣ ਤੱਕ ਪੰਜਾਬ ਦੇ ਜਾਂ ਦੇਸ਼ ਦੇ ਆਰਥਿਕ ਢਾਂਚੇ ਤੇ ਕੀ ਅਸਰ ਪਿਆ, ਰਾਜਨੀਤੀ ਕਿਸ ਤਰ੍ਹਾਂ ਦੀ ਹੋਊਗੀ, ਕਿਸ ਤਰ੍ਹਾਂ ਸਾਨੂੰ ਕਰੋਨਾ ਦੇ ਨਾਲ ਰਹਿਣਾ ਸਿੱਖਣਾ ਪਊਗਾ, ਇਸ ਵਿਸ਼ੇ ਤੇ ਬਹੁਤ ਸਾਰੀਆਂ ਡਿਬੇਟਸ ਤੁਹਾਡੇ ਇਹਨਾਂ ਕੈਮਰਿਆਂ ਰਾਹੀਂ, ਇਹਨਾਂ ਮਾਈਕਾਂ ਰਾਹੀਂ ਹੋ ਚੁੱਕੀਆਂ ਨੇ, ਹੁੰਦੀਆਂ ਨੇ, ਹੋ ਰਹੀਆਂ ਨੇ। ਪਿਛਲੇ ਦਿਨੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ 20 ਲੱਖ ਕਰੋੜ ਦਾ ਇੱਕ ਪੈਕੇਜ, ਇਕਨੋਮਿਕ ਪੈਕੇਜ ਅਸੀਂ ਦੇਵਾਂਗੇ, ਜਿਹਨੂੰ ਮਤਲਬ 5 ਪ੍ਰੈਸ ਕਾਨਫਰੰਸਾਂ ਰਾਹੀਂ ਸਾਡੇ ਦੇਸ਼ ਦੇ ਵਿੱਤ ਮੰਤਰੀ ਮਾਨਯੋਗ ਨਿਰਮਲਾ ਸੀਤਾਰਮਨ ਜੀ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਹਦੇ ਸਿਲਸਿਲੇ ਸਭ ਤੋਂ ਪਹਿਲਾਂ ਬੋਲਣਾ ਚਾਹੂੰਗਾ। ਮਤਲਬ ਪਹਿਲੀ ਗੱਲ ਤਾਂ ਇਹਨੂੰ ਪੈਕੇਜ ਨਹੀਂ ਕਹਿਣਾ ਚਾਹੀਦਾ, ਇਹ ਕਰਜ਼ਾ ਹੈ। ਇਹ ਲੋਨ 80% ਤੋਂ ਜ਼ਿਆਦਾ ਇਹਦੇ ਵਿੱਚ ਲੋਨ ਹੈ। ਸੋ ਲੋਨ ਨੂੰ ਆਪਾਂ ਪੈਕੇਜ ਕਿਵੇਂ ਕਹਿ ਸਕਦੇ ਹਾਂ? ਭਗਵੰਤ ਮਾਨ ਨੇ ਕਿਹਾ ਕਿ ਇਹ ਪੈਕੇਜ ਨਹੀਂ ਬਲਕਿ ਇੱਕ ਲੋਨ ਹੈ ਜਿਸ ਨੇ ਕਿਸਾਨਾਂ ਦੇ ਕਿੱਤੇ ਉੱਤੇ ਡਾਕਾ ਮਾਰਿਆ। ਤੇ ਨੰਬਰ 2 ਤੇ ਬੜੇ ਗੁੰਝਲਦਾਰ ਤਰੀਕੇ ਨਾਲ ਬੜੀ ਲਿਪਾ ਪੋਚੀ ਕਰਕੇ ਇਹਨੂੰ ਪੈਕੇਜ ਦਾ ਨਾਮ ਦਿੱਤਾ ਗਿਆ। ਤੇ ਜੇ ਆਪਾਂ ਸਭ ਤੋਂ ਪਹਿਲਾਂ, ਕਿਉਂਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ, ਮੈਂ ਜੋ ਖੇਤੀ ਤੇ ਆਧਾਰਿਤ ਜੋ ਮੈਂ ਕਹਿੰਦਾ ਕਿ ਡਾਕਾ ਮਾਰਿਆ ਜੋ ਰਾਜਾਂ ਦੇ ਅਧਿਕਾਰਾਂ ਤੇ, ਮੈਂ ਉਹਦੇ ਬਾਰੇ ਥੋੜਾ ਜਿਹਾ ਮੈਂ ਆਸਾਨ ਸ਼ਬਦਾਂ 'ਚ
ਬਿਆਨ ਕਰਨਾ ਚਾਹੂੰਗਾ। ਜੋ ਮੈਂ ਵੀ ਐਕਸਪਰਟਾਂ ਨਾਲ ਗੱਲ ਕਰਕੇ ਜਿੰਨੇ ਵੀ ਖੇਤੀ ਦੇ ਮਾਹਿਰ ਨੇ ਜਾਂ ਖੇਤੀ ਦੇ ਅਰਥ ਸ਼ਾਸਤਰੀ ਨੇ ਉਹਨਾਂ ਨਾਲ ਗੱਲ ਕਰਕੇ ਜੋ ਮੇਰੇ ਸਾਹਮਣੇ ਗੱਲ ਆਈ ਹੈ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਮੰਡੀਆਂ ਜਿਹੜੀਆਂ ਨੇ, ਪ੍ਰਾਈਵੇਟ ਪਲੇਅਰ ਨੂੰ ਮੰਡੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਊਗੀ। ਕਿ ਹੁਣ ਕੀ ਹੁੰਦਾ ਕਿ ਮੰਡੀਕਰਨ ਬੋਰਡ ਜਿਹੜਾ ਪੰਜਾਬ ਦਾ, ਉਹ ਮੰਡੀਆਂ ਨੂੰ ਨੋਟੀਫਾਈ ਕਰਦਾ ਕਿ ਆਹ ਮੰਡੀ ਹੋਊਗੀ। ਕਰੋਨਾ ਚੱਲਦੇ ਹੁਣ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਈ ਸ਼ੈਲਰਾਂ ਨੂੰ ਡਾਇਰੈਕਟ ਮੰਡੀਆਂ ਨੋਟੀਫਾਈ ਕੀਤਾ ਗਿਆ ਮੰਡੀ ਬੋਰਡ ਵੱਲੋਂ। ਉੱਥੇ ਜਿੰਨੀ ਵੀ ਫਸਲ ਜਿਹੜੀ ਜਿਣਸ ਆਉਂਦੀ ਹੈ ਉਹਦੇ ਤੇ ਜਿਹੜੀ ਪਰ ਕੁਇੰਟਲ ਜਿਹੜੀ ਮਾਰਕੀਟ ਫੀਸ ਬਣਦੀ ਹੈ ਉਹ ਲਈ ਜਾਂਦੀ ਹੈ, ਕਿਉਂਕਿ ਨੋਟੀਫਾਈਡ ਬਾਈ ਮੰਡੀ ਬੋਰਡ ਹੈ। ਇਹਦਾ ਜਿਹੜਾ 1 ਸਾਲ ਦਾ ਪੈਸਾ ਹੈ, ਜਿਹੜੀ ਮਾਰਕੀਟ ਫੀਸ ਹੈ, ਲਗਭਗ 4000 ਕਰੋੜ ਹੈ ਜੀ, ਜਿਹਦੇ ਚੋਂ 1100 ਤੋਂ 1200 ਕਰੋੜ ਰੁਪਇਆ ਕਣਕ ਦਾ ਹੁੰਦਾ ਹੈ, 1500 ਤੋਂ 1700 ਕਰੋੜ ਦੇ ਵਿੱਚ ਕਿਉਂਕਿ ਝੋਨੇ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ ਪਰ ਏਕੜ ਤੇ ਉਹਦਾ ਹੁੰਦਾ ਹੈ, ਤੇ ਬਾਕੀ ਦੂਜੀਆਂ ਫਸਲਾਂ ਜਿਵੇਂ ਨਰਮਾ, ਜਿਹੜੀ ਮਾਲਵਾ ਪੱਟੀ ਹੈ, ਜਾਂ ਸਰੋਂ, ਜਾਂ ਕੋਈ ਹੋਰ ਜਿਹੜੀਆਂ ਫਸਲਾਂ ਨੇ ਬਦਲਮੀਆਂ, ਉਹਨਾਂ ਦਾ ਹੁੰਦਾ ਹੈ। ਸੋ ਸਿੱਧਾ 4000 ਕਰੋੜ ਤੇ ਡਾਕਾ ਵੱਜਿਆ ਜੀ ਪੰਜਾਬ ਦੇ ਮੰਡੀਕਰਨ ਬੋਰਡ ਦੀ ਮਾਰਕੀਟ ਫੀਸ ਤੇ। ਕਿਉਂਕਿ ਹੁਣ ਕੋਈ ਵੀ ਪ੍ਰਾਈਵੇਟ ਪਲੇਅਰ ਆਊਗਾ, ਉਹ ਕਹੂਗਾ ਆਹ ਮੇਰੀ ਮੰਡੀ ਹੈ, ਤਾਂ ਉਹਦੇ 'ਚ ਮੰਡੀ ਬੋਰਡ ਦਾ ਜਿਹੜਾ ਕੋਈ ਹਿੱਸਾ ਨਹੀਂ ਹੋਊਗਾ, ਕੋਈ ਉਹਨੂੰ ਮਾਰਕੀਟ ਫੀਸ ਨਹੀਂ ਆਊਗੀ। ਇਹੀ 4000 ਕਰੋੜ ਦੇ ਨਾਲ ਫਿਰ ਰੂਰਲ ਡਿਵੈਲਪਮੈਂਟ ਜਿਹੜੀ ਹੁੰਦੀ ਹੈ, ਜਿਹੜੀਆਂ ਲਿੰਕ ਰੋਡਾਂ ਮੰਡੀ ਬੋਰਡ ਬਣਾਉਂਦਾ ਹੈ, ਉਹ ਸਾਰੀਆਂ ਖਤਮ ਹੋਣਗੀਆਂ। ਜਿਹੜੇ ਹੋਰ ਮੰਡੀ ਬੋਰਡ ਦੁਆਰਾ ਜਿਹੜੇ ਖੇਤਾਂ ਨੂੰ ਖੇਤੀ ਆਧਾਰਿਤ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ, ਉਹ ਸਾਰੀਆਂ ਖਤਮ ਹੋ ਜਾਣਗੀਆਂ ਜੀ। ਬੀਤੇ ਦਿਨੀ ਕੇਂਦਰ ਦੀ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜਲਦ ਹੀ ਦੇਸ਼ ਦਾ ਕਿਸਾਨ ਦੇਸ਼ ਦੀ ਕਿਸੇ ਵੀ ਮੰਡੀ ਵਿੱਚ ਆਪਣੀ ਫਸਲ ਲਿਜਾ ਸਕਦਾ ਹੈ ਅਤੇ ਇਹ ਕਾਨੂੰਨ ਲਿਆਂਦਾ ਜਾਵੇਗਾ। ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਕਾਨੂੰਨ ਤਾਂ ਪਹਿਲਾਂ ਹੀ ਹੈ ਅਤੇ ਇਸ ਦੇ ਨਾਲ ਛੋਟੇ ਕਿਸਾਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਵੱਡੇ ਕਿਸਾਨਾਂ ਨੂੰ ਫਾਇਦਾ ਦੇ ਰਹੀ ਹੈ। ਇਹ ਕਹਿੰਦੇ ਜੀ ਅਸੀਂ ਇਹ ਕਾਨੂੰਨ ਬਣਾ ਦਾਂਗੇ ਕਿ ਜਿਹੜਾ ਕਿਸਾਨ ਹੈ ਉਹ ਆਪਣੀ ਫਸਲ ਨੂੰ ਦੇਸ਼ ਦੇ ਵਿੱਚ ਕਿਤੇ ਮਰਜ਼ੀ ਵੇਚ ਲੇ। ਇਹ ਕੋਈ ਨਵਾਂ ਕਾਨੂੰਨ ਥੋੜੀ ਹੈ। ਇਹ ਤਾਂ ਜਦੋਂ ਜਨਤਾ ਪਾਰਟੀ ਦੀ ਸਰਕਾਰ ਆਈ ਸੀ 1977 ਚ ਐਮਰਜੈਂਸੀ ਤੋਂ ਬਾਅਦ, ਇਹ ਤਾਂ ਉਹਨਾਂ ਨੇ ਪਹਿਲੇ ਸਾਲ ਹੀ ਲਿਆਂਦਾ ਸੀ, ਇੱਕ ਦੇਸ਼ ਇੱਕ ਮੰਡੀ। ਹੁਣ ਵੀ ਕੋਈ ਰੋਕ ਨਹੀਂ ਹੈਗੀ ਕਿ ਤੁਸੀਂ ਕਿਤੇ ਹੋਰ ਵੇਚ ਕੇ ਨਹੀਂ ਆ ਸਕਦੇ। ਬਿਹਾਰ ਦਾ, ਮੱਧ ਪ੍ਰਦੇਸ਼ ਦਾ ਜਿਹੜਾ ਝੋਨਾ ਹੈ ਉਹ ਹਰਿਆਣਾ ਪੰਜਾਬ 'ਚ ਵਿਕਣ ਆਉਂਦਾ। ਇਹ ਕੋਈ ਨਵਾਂ ਗੱਲ ਥੋੜੀ ਕੀਤੀ ਇਹਨਾਂ ਨੇ। ਪਰ ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਦੇਖੋ, ਖੰਨੇ ਦਾ ਜਾਂ ਸੰਗਰੂਰ ਦਾ ਜਾਂ ਬਠਿੰਡੇ ਦਾ, ਭੁੱਚੋ ਮੰਡੀ ਦਾ ਜਾਂ ਮਾਨਸਾ ਦਾ ਕੋਈ ਕਿਸਾਨ ਇਹ ਨਹੀਂ ਹੋ ਸਕਦਾ ਕਿ ਉਹ ਆਪਣੀ ਫਸਲ ਨੂੰ ਗੁਜਰਾਤ ਲਿਜਾ ਕੇ ਵੇਚ ਦੇ। ਅਸੀਂ ਤਾਂ ਆਜ਼ਾਦਪੁਰ ਮੰਡੀ ਦਿੱਲੀ ਤੱਕ ਪਹੁੰਚ ਹੈ ਸਾਡੀ ਸਬਜ਼ੀਆਂ ਦੀ, ਹੋਰ ਇਦੋਂ ਉੱਪਰ ਨਹੀਂ ਜਾ ਸਕਦੇ ਅਸੀਂ। ਇਹ ਤਾਂ ਫਿਰ ਵੱਡੇ ਪਲੇਅਰ ਹੀ ਹੋਣਗੇ ਜਿਹੜੇ ਮਾਲ ਗੱਡੀਆਂ ਭਰ ਕੇ ਕਈ ਲੱਖ ਟਨ ਦਾ ਜਿਹੜੀ ਹੈ ਇੱਥੋਂ ਫਸਲ ਜਿਹੜੀ ਹੈ, ਕਿਉਂਕਿ ਇਹਨਾਂ ਨੇ ਜ਼ਰੂਰੀ ਵਸਤਾਂ ਦਾ ਜਿਹੜਾ ਐਕਟ ਹੈ ਉਹ 'ਚ ਅਮੈਂਡਮੈਂਟ ਕਰਕੇ ਕੋਈ ਵੀ ਜਿਹੜੀ ਹੈ ਉਹਦੇ ਦਾ ਭੰਡਾਰੀ ਕਰਨ ਵਾਸਤੇ ਉਹਨੂੰ ਤੁਸੀਂ ਰੱਖ ਸਕਦੇ ਹੋ, ਜਦੋਂ ਮਰਜ਼ੀ ਵੇਚ ਸਕਦੇ ਹੋ। ਤਾਂ ਇਹਦੇ ਨਾਲ ਇਹ ਪ੍ਰਾਈਵੇਟ ਪਲੇਅਰਾਂ ਨੂੰ ਲੈ ਕੇ ਆ ਰਹੇ ਨੇ ਖੇਤੀ 'ਚ। ਹੁਣ ਆਉਣ ਵਾਲੇ ਦਿਨਾਂ 'ਚ ਅੰਬਾਨੀਆਂ, ਅਡਾਨੀਆਂ ਦੇ ਵੱਡੇ ਵੱਡੇ ਜਿਹੜੇ ਗਡਾਊਨ ਨੇ ਉਹਨਾਂ ਦੇ ਉਦਘਾਟਨ ਹੋਣ ਲੱਗ ਗਏ। ਜਿੰਨਾ ਵੀ ਪੈਕੇਜ ਦਿੱਤਾ ਹੈ, ਸੋ ਕਾਲਡ ਪੈਕੇਜ, ਉਹਦੇ ਵਿੱਚੋਂ 70% ਇਹੋ ਜਿਹੀਆਂ ਅਨਾਉਂਸਮੈਂਟਾਂ ਨੇ ਜਿਹੜੀਆਂ ਪਾਰਲੀਮੈਂਟ 'ਚੋਂ ਪਾਸ ਹੋਣੀਆਂ ਸੀ। ਇਹਨਾਂ ਨੇ ਜਿਹੜਾ ਕਰੋਨਾ ਦੇ ਕਾਰਪੇਟ ਦੇ ਵਿੱਚ ਲਪੇਟ ਕੇ ਇਹ ਜਿਹੜੀ ਕਿਸਾਨਾਂ ਤੇ ਮਾਰ ਮਾਰੀ ਹੈ, ਰਾਜਾਂ ਦੇ ਅਧਿਕਾਰਾਂ ਤੇ ਮਾਰ ਮਾਰੀ ਹੈ, ਉਹਦੀ ਸਖਤ ਸ਼ਬਦਾਂ 'ਚ ਆਮ ਆਦਮੀ ਪਾਰਟੀ ਨਿਖੇਧੀ ਕਰਦੀ ਹੈ। ਪਹਿਲਾਂ ਹੀ GST ਦੇ ਰੂਪ ਦੇ ਵਿੱਚ ਇੱਕ ਠੂਠਾ ਸਟੇਟਾਂ ਨੂੰ ਫੜਾ ਦਿੱਤਾ ਗਿਆ ਸੀਗਾ। ਟੈਕਸ ਅਸੀਂ ਕਲੈਕਟ ਕਰਦੇ ਹਾਂ, ਲੈ ਜਾਂਦੇ ਨੇ ਉਹ, ਤੇ ਬਾਅਦ 'ਚ ਅਸੀਂ ਆਪਣਾ ਹਿੱਸਾ ਮੰਗੀ ਜਾਂਦੇ ਹਾਂ। ਹੁਣ ਵੀ 4450 ਕਰੋੜ ਦੇ ਲਗਭਗ ਜਿਹੜਾ GST ਦਾ ਪੈਸਾ ਹੈ ਪੰਜਾਬ ਦਾ, ਉਹ ਸੈਂਟਰ ਕੋਲੇ ਪਿਆ। ਉਹ ਮੰਨ ਵੀ ਰਿਹਾ ਸੈਂਟਰ ਕਿ ਹਾਂ ਸਾਡੇ ਕੋਲੇ ਜਿਹੜੇ ਡਿਊਜ਼ ਪਏ ਨੇ GST ਦੇ। ਸੋ ਉਸ ਤੋਂ ਬਾਅਦ ਕੀ ਕਰ ਰਹੇ ਨੇ ਹੁਣ? ਇਹ ਹਰਿਆਣੇ 'ਚ ਤਾਂ ਇਹ ਪ੍ਰੋਜੈਕਟ ਸ਼ੁਰੂ ਕਰਤਾ, ਪੰਜਾਬ ਦੇ ਵਿੱਚ ਵੀ ਆਉਣ ਲੱਗੇ ਨੇ। ਇਹ ਹਜ਼ਾਰ ਏਕੜ ਦੇ 2-2000 ਏਕੜ ਦੇ ਕਲਸਟਰ ਬਣਾਉਣਗੇ ਜੀ, ਤੇ ਉੱਥੇ ਆਉਣਗੇ ਵੱਡੇ ਪਲੇਅਰ। ਇਹਨੂੰ ਕਹਿੰਦੇ ਨੇ ਇਹ ਕਿ ਖੇਤੀ 'ਚ ਇਨਵੈਸਟਮੈਂਟ ਨਹੀਂ ਹੈਗੀ, ਇਸ ਕਰਕੇ ਪ੍ਰਾਈਵੇਟ ਪਲੇਅਰ ਇਨਵੈਸਟ ਕਰ ਸਕਦੇ ਨੇ। ਕੀ ਹੋਊਗਾ? ਫਰਜ਼ ਕਰ ਲਓ ਕੋਈ 2000 ਏਕੜ ਦਾ ਕਲਸਟਰ ਬਣਿਆ, ਕਿਤੇ 2000 ਏਕੜ ਇਕੱਠੀ ਕੀਤੀ ਹੈ, ਤੇ ਮੇਰੇ 15 ਏਕੜ ਜ਼ਮੀਨ ਆ ਉਹ 'ਚ, ਤਾਂ ਮੈਨੂੰ ਕਿਹਾ ਜਾਊਗਾ ਕਿ 21 ਸਾਲ ਦਾ ਜਾਂ 31 ਸਾਲ ਦਾ ਐਗਰੀਮੈਂਟ ਕਰ ਸਾਡੇ ਨਾਲ, ਲੀਜ਼ ਤੇ ਦੇਗਾ, ਇੰਨੇ ਲੀਜ਼ ਹੋਊਗੀ, ਸਰਕਾਰ ਨੇ ਇੰਨੀ ਲੀਜ਼ ਤੈਅ ਕੀਤੀ ਹੈ, ਤੇ ਇੰਨੇ ਜਿਹੜਾ ਉਹਦੇ 'ਚ ਵਾਧਾ ਹੋਇਆ ਕਰੂ ਹਰ ਸਾਲ, ਤੇ ਉਸ ਤੋਂ ਬਾਅਦ ਇਹ ਜ਼ਮੀਨ ਸਾਡੀ ਹੋਗੀ। ਤੂੰ ਜੇ ਦਿਹਾੜੀ ਕਰਨ ਆਉਣਾ ਤੇ ਇੱਥੇ ਆ ਜਾ ਕਰ, ਨਹੀਂ ਤੇਰਾ ਕੋਈ ਕੰਮ ਨਹੀਂ, ਸਾਨੂੰ ਡਿਸਟਰਬ ਨਾ ਕਰਿਓ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਇਹ ਨੀਤੀਆਂ ਸਾਨੂੰ ਗੁਲਾਮੀ ਵੱਲ ਧੱਕ ਰਹੀਆਂ ਨੇ ਅਤੇ ਮੁੜ ਤੋਂ ਧਰਨੇ ਮੁਜ਼ਾਹਰਿਆਂ ਦਾ ਦੌਰ ਹੈ ਸ਼ੁਰੂ ਹੋਣ ਵਾਲਾ ਹੈ। ਭਗਵੰਤ ਮਾਨ ਨੇ ਵੀ ਦੋਸ਼ ਲਗਾਇਆ ਕਿ ਇਹਨਾਂ ਨੀਤੀਆਂ ਲਈ ਪੰਜਾਬ ਸਰਕਾਰ ਨੇ ਵੀ ਕੇਂਦਰ ਦੇ ਇਸ ਫੈਸਲੇ ਵਿੱਚ ਹਾਂ ਪੱਖੀ ਨਾਅਰਾ ਮਾਰਿਆ। ਸੋ ਫੇਰ ਦੁਬਾਰਾ ਅਸੀਂ ਉਹ ਮੁਜ਼ਾਹਰਾ ਕਲਚਰ ਜਿਹੜਾ ਜਾਂ ਜਿਹੜੀ ਗੁਲਾਮੀ ਦੀ ਪ੍ਰਥਾ ਵੱਲ ਫੇਰ ਦੁਬਾਰਾ ਸਾਨੂੰ ਲੈ ਕੇ ਜਾਣ ਦਾ ਬਹੁਤ ਵੈਲ ਪਲੈਨਡ ਇਹ ਜਿਹੜਾ ਨੀਤੀਆਂ ਚੱਲ ਰਹੀਆਂ ਨੇ। ਸੋ ਇਸ ਕਰਕੇ ਪੰਜਾਬ ਸਰਕਾਰ ਨੇ ਬਲਕਿ ਪੰਜਾਬ ਸਰਕਾਰ ਨੇ ਉਹਨਾਂ ਦਾ ਜਿਹੜਾ ਅਮੈਂਡਮੈਂਟ ਐਕਟ ਹੈਗਾ ਉਹ 'ਚ ਅਮੈਂਡਮੈਂਟ ਕਰਕੇ ਹਾਂ ਜਿਹੜੀ ਹੈ ਕਾਂਗਰਸ ਸਰਕਾਰ ਨੇ ਕੀਤੀ ਉਹਨਾਂ ਨੂੰ। ਇਸੇ ਕਰਕੇ ਹੁਣ ਉਹ ਜਿਹੜੇ ਉਹਨਾਂ ਦੇ ਪ੍ਰਾਈਵੇਟ ਪਲੇਅਰਾਂ ਦੇ ਗਡਾਊਨਾਂ ਦੇ ਉਦਘਾਟਨ ਹੋਣ ਲੱਗ ਗਏ, ਠੀਕ ਹੈ ਨਾ। ਸੋ ਹਰਿਆਣੇ ਦੇ ਵਿੱਚ ਇਹ ਆਲਰੇਡੀ ਜਿਹੜਾ ਇੰਪਲਾਈ ਕਰਨ ਲੱਗੇ ਨੇ। ਇਹ ਹੁਣ ਅੱਗੇ ਕੀ ਹੈ, ਜੇ ਕਿਸਾਨ ਵਾਸਤੇ ਕਹਿੰਦੇ ਅਸੀਂ 1,63,000 ਕਰੋੜ ਰੱਖਿਆ ਖੇਤੀ ਵਾਸਤੇ, ਉਹ ਤਾਂ ਸਾਰਾ ਜਿਹੜਾ ਹੈ ਉਹ ਤਾਂ ਉਧਾਰ ਪੈਸੇ ਦੇਣ ਵਾਸਤੇ ਉਹਦਾ ਵਿਆਜ ਦੀ 2% ਛੋਟ ਹੈ ਜੀ। ਉਹਦੇ ਕਿਸਾਨ ਨੂੰ ਥੋੜੀ ਫਾਇਦਾ ਹੋ ਰਿਹਾ, ਉਹਨੂੰ ਤਾਂ ਕਰਜ਼ਾ ਦੇਣ ਵਾਸਤੇ ਰੱਖਿਆ। ਕਿਸਾਨ ਤਾਂ ਪਹਿਲਾਂ ਹੀ ਕਰਜ਼ਾਈ ਹੈ ਜੀ। ਕਿਸਾਨ ਕਰਜ਼ਾ ਮਾਫੀ ਨਹੀਂ ਚਾਹੁੰਦਾ, ਕਿਸਾਨ ਕਰਜ਼ਾ ਮੁਕਤੀ ਚਾਹੁੰਦਾ। ਉਹ ਇਹੋ ਜਿਹੇ ਜਿਹੜੇ ਪ੍ਰੋਡਕਸ਼ਨ ਕਾਸਟ ਘਟਾਈ ਜਾਵੇ, ਜਿਹੜੀ MSP ਇਸ ਤਰ੍ਹਾਂ ਦੀ ਦਿੱਤੀ ਜਾਵੇ ਤਾਂ ਕਿ ਉਹਨੂੰ ਕਰਜ਼ਾ ਲੈਣ ਦੀ ਲੋੜ ਨਾ ਪਵੇ। ਸੋ ਇਹ ਸਾਰਾ ਜਿਹੜਾ ਕਰਜ਼ੇ ਨੂੰ ਇਹ ਆਰਥਿਕ ਪੈਕੇਜ ਦਾ ਨਾਮ ਦੇ ਰਹੇ ਨੇ। ਇੱਕ ਹੋਰ ਜਿਹੜੀ ਗੱਲ ਉਠਾਉਣੀ ਤਾਂ ਚਾਹੀਦੀ ਸੀਗੀ ਉਹ ਸੁਖਬੀਰ ਬਾਦਲ ਹੋਰਾਂ ਨੂੰ, ਪਰ ਕਿਉਂਕਿ ਉਹ ਉਹਨਾਂ ਦੇ ਨਾਲ ਭਾਈਵਾਲ ਨੇ ਇਸ ਕਰਕੇ ਉਹ ਨਹੀਂ ਬੋਲਦੇ। ਹੁਣ ਤਾਂ ਕਿਸਾਨਾਂ ਦੇ ਬਹੁਤ ਵੱਡੇ ਨੇਤਾ ਦੇ ਜਾਂ ਕਿਸਾਨਾਂ ਦੀ ਪਾਰਟੀ ਦੇ ਰੂਪ 'ਚ ਆਪਣੇ ਆਪ ਨੂੰ ਉਹ ਪੇਸ਼ ਕਰਦੇ ਨੇ। ਚੁੱਪਚਾਪ ਜਿਹੜੀਆਂ ਰਸਾਇਣਿਕ ਖਾਦਾਂ ਨੇ ਕੇਂਦਰ ਨੇ 10 ਰੁਪਏ ਕਿਲੋ ਤੋਂ ਲੈ ਕੇ 19 ਰੁਪਏ ਕਿਲੋ ਤੱਕ ਉਹਨਾਂ ਤੇ ਸਬਸਿਡੀ 'ਚ ਕਟੌਤੀ ਕਰਤੀ। ਮਤਲਬ ਯੂਰੀਆ ਮਹਿੰਗਾ ਹੋਊਗਾ, ਹੁਣ ਹੋਰ ਖਾਦਾਂ ਮਹਿੰਗੀਆਂ ਹੋਣਗੀਆਂ। ਇਹਦੇ ਬਾਰੇ ਕੋਈ ਬੋਲੇ ਨਹੀਂ, ਕਿਉਂਕਿ ਇਸ ਤਰੀਕੇ ਨਾਲ ਲਪੇਟ ਕੇ ਜ਼ਹਿਰ ਜਿਹੜਾ ਹੈ ਉਹ ਗੁੜ ਦੇ ਵਿੱਚ ਲਪੇਟ ਕੇ ਦਿੱਤਾ ਹੈ, ਜਾਂ ਕੈਪਸੂਲ ਜਿਹੜਾ ਇੰਨਾ ਰੰਗ ਬਰੰਗਾ ਬਾਹਰੋਂ ਕਿ ਅੰਦਰਲੀ ਦਵਾਈ ਦਾ ਪਤਾ ਹੀ ਨਹੀਂ ਲੱਗਦਾ। ਮਤਲਬ ਆਮ ਲੋਕਾਂ ਦੀ ਗੱਲ ਛੱਡੋ, ਅਰਥ ਸ਼ਾਸਤਰੀ ਆਪਦਾ ਸਿਰ ਫੜੀ ਬੈਠੇ ਨੇ ਕਿ ਇਹ ਹੈ ਕੀ ਹੈ, ਸਾਨੂੰ ਇਹ ਸਮਝ ਨਹੀਂ ਆ ਰਹੀ। ਵਿਰੋਧੀ ਪਾਰਟੀਆਂ ਤਾਂ ਬਾਅਦ ਦੀ ਗੱਲ ਹੈ ਨਾ। ਸੋ ਮੈਂ ਐਕਸਪਰਟਸ ਨਾਲ ਗੱਲ ਕਰਕੇ ਮੇਰੇ ਕੋਲੇ ਸਾਰਾ ਜਿਹੜਾ ਇਹ ਮੈਂ ਅੱਜ ਖਾਕਾ ਤੁਹਾਡੇ ਕੋਲ ਲੈ ਕੇ ਆਇਆ। ਖਾਸ ਤੌਰ ਤੇ ਪੰਜਾਬ ਇਸ ਗੱਲੋਂ ਖੁਸ਼ਕਿਸਮਤ ਹੈ, ਮੈਂ ਕਈ ਡਿਬੇਟਸ ਦੇ ਵਿੱਚ ਵੀ ਇਹ ਗੱਲ ਕਹੀ ਹੈ, ਬੈਠੇ ਨੇ ਸਾਥੀ ਸਾਡੇ ਜਿਹੜੇ ਉਹ ਡਿਬੇਟਸ ਨੂੰ ਐਂਕਰ ਕਰਦੇ ਆ, ਤੇ ਕਿ ਪੰਜਾਬ ਖੁਸ਼ਕਿਸਮਤ ਹੈ ਕਿ 6 ਸਾਲ ਤੋਂ ਪੰਜਾਬ ਕੋਲੇ ਫੂਡ ਪ੍ਰੋਸੈਸਿੰਗ ਮਿਨਿਸਟਰੀ ਹੈ ਸੈਂਟਰ ਦੀ। ਹਰਸਿਮਰਤ ਕੌਰ ਜੀ ਸਾਡੇ ਫੂਡ ਪ੍ਰੋਸੈਸਿੰਗ ਮਿਨਿਸਟਰ ਨੇ। ਬਟ ਇੱਕ ਸਿੰਗਲ ਪ੍ਰੋਜੈਕਟ ਵੀ, ਐਗਰੇਰੀਅਨ ਸਟੇਟ ਹੈ ਪੰਜਾਬ, ਇੱਕ ਸਿੰਗਲ ਪ੍ਰੋਜੈਕਟ ਵੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਜੇ ਪੰਜਾਬ 'ਚ ਆਇਆ ਹੋਵੇ ਤਾਂ ਉਹ ਦੱਸ ਦੇਣ। ਇੱਕ ਬਠਿੰਡੇ ਆਇਆ ਸੀ, ਉਹ NPA ਹੋ ਗਿਆ, ਹੋਣ ਵਾਲੇ ਦਿਵਾਲੀ ਆਪਾਂ ਉਹ ਨਿਕਲ ਗਿਆ ਉਹਦਾ। ਜੇ ਸਾਡਾ ਟਮਾਟਰ ਇੱਥੇ ਪ੍ਰੋਸੈਸ ਹੋਵੇ, ਪ੍ਰੋਜੈਕਟ ਲੱਗਣ, ਪ੍ਰੋਸੈਸ ਹੋ ਕੇ ਸਾਡੇ ਟਮਾਟਰ ਦੇ ਪ੍ਰੋਜੈਕਟ ਬਣਨ, ਪ੍ਰੋਡਕਟ ਬਣਨ ਤੇ ਸਾਰੀ ਦੁਨੀਆ ਜਾਣ। ਸਾਡੇ ਆਲੂ ਦੇ, ਸਾਡੀਆਂ ਸਬਜ਼ੀਆਂ ਦੇ, ਸਾਡੇ ਫਰੂਟਾਂ ਦੇ, ਪੰਜਾਬ ਦੀ ਧਰਤੀ ਇੰਨੀ ਉਪਜਾਊ, ਇੰਨੀ ਜ਼ਰਖੇਜ਼ ਹੈ ਕਿ ਜੋ ਮਰਜ਼ੀ ਬੀਜ ਲਓ। ਪਰ ਕਿਉਂਕਿ ਉਹਨਾਂ ਦਾ ਕੋਈ ਇੰਟਰਸਟ ਹੀ ਹੈ ਨਹੀਂ, ਉਹਨਾਂ ਨੇ ਸਿਰਫ ਆਪਣੀ ਵਜ਼ੀਰੀ ਬਚਾਉਣੀ ਹੈ, ਉਹਦੇ ਵਾਸਤੇ ਪੰਜਾਬ ਦੇ ਸਾਰੇ ਹੱਕਾਂ ਨੂੰ ਉਹ ਦਾਅ ਤੇ ਲਾ ਦਿੰਦੇ ਨੇ। ਸੋ ਨਾਲ ਇਹ ਹੁਣ ਜਿਹੜਾ ਆਰਥਿਕ ਪੈਕੇਜ ਹੈ, ਇਹ 'ਚ ਤੁਸੀਂ ਵੀ ਕਬੀਲਦਾਰ ਹੋ, ਤੁਹਾਡੇ ਵੀ ਘਰ ਚੱਲ ਰਹੇ ਨੇ। ਆਤਮ ਨਿਰਭਰਤਾ ਦਾ ਨਾਅਰਾ ਦਿੱਤਾ ਹੈ। ਜੇ ਇੱਕ ਪਰਿਵਾਰ ਨੂੰ ਆਪਾਂ ਆਤਮ ਨਿਰਭਰ ਦੇਖਣਾ ਹੋਵੇ, ਉਹ ਪਰਿਵਾਰ ਹੁੰਦਾ ਆਤਮ ਨਿਰਭਰ ਜਿਹੜਾ ਆਪਣੇ ਬੱਚਿਆਂ ਦੀ ਪੜ੍ਹਾਈ ਕਰਾ ਸਕਦਾ, ਜਿਹੜਾ ਜੇ ਕੋਈ ਬਿਮਾਰ ਹੁੰਦਾ ਹੈ ਪਰਿਵਾਰ 'ਚੋਂ ਤਾਂ ਉਹਦੇ ਇਲਾਜ ਵਾਸਤੇ ਉਹਦੇ ਕੋਲ ਪੈਸਾ ਹੈਗਾ। ਤੇ ਕਬੀਲਦਾਰੀ ਨੂੰ ਆਪਣੇ ਬਲਬੂਤੇ ਤੇ ਚਲਾਉਣ ਨੂੰ ਆਤਮ ਨਿਰਭਰਤਾ ਕਹਿੰਦੇ ਨੇ। ਤਾਂ ਮੋਦੀ ਸਾਹਿਬ ਆਤਮ ਨਿਰਭਰਤਾ ਦੀ ਗੱਲ ਕਰ ਗਏ ਤੇ ਅਗਲੇ ਦਿਨ ਹੀ ਮੈਡਮ ਨਿਰਮਲਾ ਸੀਤਾਰਮਨ ਨੇ ਅਨਾਉਂਸ ਕਰਤਾ ਕਿ 49% ਤੋਂ ਵਧਾ ਕੇ FDI ਜਿਹੜੀ ਹੈ 74% ਕੀਤੀ ਜਾਂਦੀ ਹੈ ਡਿਫੈਂਸ 'ਚ। ਉਹ ਪਾਰਟੀ ਜਿਹੜੀ FDI ਦਾ ਵਿਰੋਧ ਕਰਦੀ ਸੀ, ਅੱਜ ਉਹ ਆਲਮੋਸਟ 2/3 ਜਿਹੜਾ ਉਹ ਡਿਫੈਂਸ ਦਾ ਉਹ FDI ਨੂੰ ਦੇ ਰਹੇ ਨੇ। ਮਤਲਬ ਇਹ ਆਤਮ ਨਿਰਭਰਤਾ ਥੋੜੀ ਹੈ, ਇਹ ਤਾਂ ਤੁਸੀਂ ਉਹਨਾਂ ਤੇ ਡਿਪੈਂਡਡ ਹੋ ਰਹੇ ਹੋ। ਬਲਕਿ ਮਤਲਬ ਉਹਨਾਂ ਮੁਲਕਾਂ ਨੂੰ ਪਤਾ ਹੋਊਗਾ ਸਾਡੇ ਕੋਲ ਕਿਹੜਾ ਗੋਲਾ ਬਰੂਦ ਹੈ, ਕਿਹੜੀ ਤੋਪ ਹੈ, ਕਿਹੜੇ ਜਹਾਜ਼ ਨੇ, ਕਿਹੜਾ ਸਾਡੇ ਕੋਲ ਡਿਫੈਂਸ। ਅੱਗੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਰੋੜਾਂ ਦੇ ਪੈਕੇਜ ਦੀਆਂ ਗੱਲਾਂ ਕਰਨ ਵਾਲਿਆਂ ਨੇ ਸਭ ਕੁਝ ਗਿਰਵੀ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਕਰੋਨਾ ਦੇ ਨਾਂ ਉੱਤੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ, ਜਦਕਿ ਛੋਟੇ ਵਪਾਰੀ ਬੁਰੀ ਤਰ੍ਹਾਂ ਪਿਸ ਰਹੇ ਨੇ। ਡਿਫੈਂਸ ਇਹਨਾਂ ਨੇ ਜਿਹੜਾ ਉਹ ਗਿਰਵੀ ਰੱਖਤਾ। 에ਅਰ ਇੰਡੀਆ ਵਿਕਾਊ ਹੈ ਜੀ,
LIC ਉਹ ਵੇਚ ਰਹੇ ਨੇ, ਰੇਲਵੇ ਵੇਚਣ ਦੀ ਤਿਆਰੀ ਹੈ, 에ਅਰਪੋਰਟ ਸਾਰੇ ਵੇਚਤੇ, ਤੇ ਹੁਣ ਤਾਂ ਨਾਲ ਇਹ ਵੀ ਕਰਤਾ ਕਿ ਹਰੇਕ ਪਬਲਿਕ ਸੈਕਟਰ ਦੇ ਵਿੱਚ ਪ੍ਰਾਈਵੇਟ ਸੈਕਟਰ ਜਿਹੜਾ ਆ ਸਕਦਾ ਹੈ। ਠੀਕ ਹੈ ਜੀ। ਸੋ ਪ੍ਰਾਈਵੇਟ ਸੈਕਟਰ ਤਾਂ ਉੱਥੇ ਆਊਗਾ ਜਿੱਥੇ ਉਹਨੂੰ ਮੁਨਾਫਾ ਹੋਊਗਾ। ਸੋ ਜਿੱਥੋਂ ਤੱਕ ਗੱਲ ਕੀਤੀ ਇਹਨਾਂ ਨੇ, ਕੋਈ ਕਿਸੇ ਦੀ EMI ਨਹੀਂ ਮਾਫ ਹੋਈ, ਬਕਾਇਦਾ EMI ਜਿਹੜੀ ਹੈ ਬੈਂਕਾਂ ਕੱਟ ਰਹੀਆਂ ਨੇ। ਕਿਸੇ ਦੇ ਬਿਜਲੀ ਦੇ ਬਿੱਲ ਮਾਫ ਨਹੀਂ ਹੋਏ, ਬਲਕਿ ਪੁਰਾਣੀ ਐਵਰੇਜ ਮੁਤਾਬਕ ਬਿਜਲੀ ਦੇ ਬਿੱਲ ਭੇਜੇ ਨੇ ਪੰਜਾਬ 'ਚ। ਠੀਕ ਹੈ ਜੀ। ਤੁਹਾਡੇ ਵੀ ਘਰਾਂ 'ਚ ਆਏ ਹੋਣਗੇ। ਤੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਤਨਖਾਹਾਂ 'ਚ ਕਟੌਤੀ ਕਰ ਰਿਹਾ, ਉਹ ਜਿੰਨਾ ਦਿਨ ਲਾਕਡਾਊਨ ਰਿਹਾ ਉਹ ਤਨਖਾਹਾਂ ਨਹੀਂ ਦੇ ਰਹੇ। ਸੋ ਆਮ ਜਿਹੜਾ ਬੰਦਾ ਹੈ ਉਹ ਤਾਂ ਉੱਥੇ ਖੜਾ ਜੀ। ਜਿਹੜੇ ਇਹ ਪੈਕੇਜ ਆ ਰਹੇ ਨੇ, ਇਹ ਕਰੋਨਾ ਦੇ ਮੋਢੇ ਤੇ ਧਰ ਕੇ ਉਦਯੋਗਪਤੀਆਂ ਵਾਸਤੇ ਚਲਾਇਆ ਜਾ ਰਿਹਾ। ਜਿਹੜਾ ਹੁਣ ਕਰੋਨਾ ਦੇ COVID-19 ਦੇ ਓਲੇ ਖੜ ਕੇ ਜਿਹੜੀਆਂ ਇਹ ਸਰਕਾਰ ਜਿਹੜੀ ਹੈ ਉਦਯੋਗਪਤੀਆਂ ਨੂੰ ਲਾਭ ਪਹੁੰਚਾ ਰਹੀ ਹੈ। ਛੋਟੇ ਦੁਕਾਨਦਾਰ, ਨਾਈ, ਧੋਬੀ, ਰਿਕਸ਼ੇ ਵਾਲਾ, ਆਟੋ ਰਿਕਸ਼ੇ ਵਾਲਾ ਹੈ ਜੀ, ਜਿਹੜੇ ਰੇਹੜੀ ਵਾਲੇ, ਫੜੀ ਵਾਲੇ, ਡਰਾਈਵਰ, ਆਟੋ ਚਾਲਕ, ਜਿਹੜੇ ਕਿਸੇ ਆਰਗੇਨਾਈਜ਼ ਸੈਕਟਰ 'ਚ ਨਹੀਂ ਆਉਂਦੇ, ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਜੀ। ਉਹ ਤਾਂ ਉੱਥੇ ਹੀ ਖੜੇ ਨੇ। ਮੇਰੇ ਕੋਲੇ ਹਰ ਰੋਜ਼ ਫੋਨ ਆਉਂਦੇ ਨੇ ਉਹਨਾਂ ਦੇ, ਜੀ ਸਾਡਾ ਕੀ ਬਣੂਗਾ ਜੀ। ਮੇਰੇ ਕੋਲੇ ਸੰਗਰੂਰ ਦੇ ਦੁਕਾਨਦਾਰ ਆਏ, ਉਹ ਕਹਿੰਦੇ ਸਾਡੇ ਜਿਹੜੇ ਲੈਂਡਲੋਰਡ ਨੇ ਜਿਨ੍ਹਾਂ ਤੋਂ ਅਸੀਂ ਦੁਕਾਨਾਂ ਕਿਰਾਏ ਤੇ ਲਈਆਂ, ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਤਾਂ ਦੇਤੀ, ਪਰ ਉਹ ਸਾਨੂੰ ਕਹਿੰਦੇ ਪਹਿਲਾਂ ਸਾਨੂੰ 2 ਮਹੀਨਿਆਂ ਦਾ ਕਿਰਾਇਆ ਦਿਓ। ਮੈਂ ਕਿਹਾ ਜੀ, ਮੈਂ ਚੀਫ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ ਸੀ, ਮੈਂ ਕਿਹਾ ਜੀ CM ਸਾਹਿਬ ਤੋਂ ਕੋਈ ਸੋਸ਼ਲ ਅਪੀਲ ਹੀ ਕਰਾ ਦਿਓ ਕਿ ਜਿਹੜੇ ਲੈਂਡਲੋਰਡ ਨੇ ਉਹ ਆਪਣੇ ਕਿਰਾਏਦਾਰਾਂ ਤੋਂ ਹਜੇ ਇੱਕਦਮ ਕਿਰਾਇਆ ਨਾ ਮੰਗਣ, ਉਹਨੂੰ ਐਡਜਸਟ ਕਰ ਲੈਣ 10 ਮਹੀਨਿਆਂ 'ਚ, 12 ਮਹੀਨਿਆਂ 'ਚ। ਕੋਈ ਹਜੇ ਤੱਕ ਪਾਲਿਸੀ ਨਹੀਂ। ਜਦਕਿ ਦਿੱਲੀ ਦੇ ਵਿੱਚ ਇਸ ਤਰ੍ਹਾਂ ਕਰਤਾ ਸਾਡੀ ਗਵਰਨਮੈਂਟ ਨੇ। ਦਿੱਲੀ ਦੇ ਆਟੋ ਰਿਕਸ਼ੇ ਵਾਲਿਆਂ ਨੂੰ, ਜਾਂ ਕੋਈ ਛੋਟਾ ਹਾਥੀ ਚਲਾਉਂਦਾ, ਕੋਈ ਟੈਂਪੂ ਚਲਾਉਂਦਾ, ਟਰਾਂਸਪੋਰਟ, ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਨੇ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸਹੂਲਤਾਂ ਵਿੱਚ ਅਮਰੀਕਾ, ਕੈਨੇਡਾ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਸਰਕਾਰਾਂ ਕਹਿੰਦੀਆਂ ਨੇ ਕਿ ਉਹ ਤਾਂ ਡਿਵੈਲਪਡ ਕੰਟਰੀਆਂ ਨੇ। ਮਾਨ ਦਾ ਕਹਿਣਾ ਹੈ ਕਿ ਜੇਕਰ ਉਹ ਡਿਵੈਲਪਡ ਦੇਸ਼ ਨੇ ਤੇ ਸਰਕਾਰਾਂ ਉਹਨਾਂ ਦੀਆਂ ਰੀਸ ਨਹੀਂ ਕਰ ਸਕਦੀਆਂ ਤਾਂ ਜੁਰਮਾਨੇ ਲਾਉਣ ਵੇਲੇ ਉਹਨਾਂ ਦੀਆਂ ਰੀਸਾਂ ਕਿਉਂ ਕੀਤੀਆਂ ਜਾਂਦੀਆਂ ਨੇ, ਵੱਡੇ ਵੱਡੇ ਚਲਾਨ ਕੱਟਣ ਦੇ ਕਾਨੂੰਨ ਕਿਉਂ ਲਿਆਏ ਜਾਂਦੇ ਨੇ। ਤੇ ਜਦੋਂ ਹੁਣ ਆ ਕਰੋਨਾ ਮਹਾਮਾਰੀ ਕਰਕੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਦਿਹਾੜੀਆਂ ਸਭ ਖਤਮ ਹੋ ਗਈਆਂ, ਤਾਂ ਅਮਰੀਕਾ, ਕੈਨੇਡਾ ਤਾਂ 2-2 ਹਜ਼ਾਰ, 3-3 ਹਜ਼ਾਰ ਡਾਲਰ ਹਰ ਘਰ ਦੇ, ਹਰ ਅਕਾਊਂਟ ਦੇ ਵਿੱਚ ਕੈਸ਼ ਪਾ ਰਿਹਾ ਜੀ। ਜਦੋਂ ਉਦੋਂ ਗੱਲ ਕਰਦੇ ਆ ਵੀ ਉਹ ਪਾ ਰਹੇ ਨੇ, ਉਦੋਂ ਕਹਿੰਦੇ ਨੇ ਉਹ ਡਿਵੈਲਪ ਕੰਟਰੀ ਨੇ ਜੀ। ਜੁਰਮਾਨੇ ਲਾਉਣ ਵਾਰੀ ਉਹਨਾਂ ਦੀ ਰੀਸ, ਤੇ ਜਦੋਂ ਕੋਈ ਪੈਕੇਜ ਦੇਣਾ ਉਦੋਂ ਇਹ ਕਹਿ ਕੇ ਖਹਿੜਾ ਛਡਾ ਲੈਂਦੇ ਨੇ ਕਿ ਉਹ ਤਾਂ ਡਿਵੈਲਪ ਕੰਟਰੀ ਨੇ, ਆਪਾਂ ਉਹਨਾਂ ਦੀ ਕੀ ਰੀਸ ਕਰ ਸਕਦੇ ਹਾਂ। ਸੋ ਇਸ ਕਰਕੇ ਇਹ ਅਮੀਰ ਨੂੰ ਹੋਰ ਅਮੀਰ ਤੇ ਗਰੀਬ ਨੂੰ ਹੋਰ ਗਰੀਬ ਬਣਾਉਣ ਦੀ ਜਿਹੜੀ ਨੀਤੀ ਹੈ ਪਿਛਲੇ 6 ਸਾਲ ਤੋਂ ਚੱਲ ਰਹੀ ਹੈ ਮੋਦੀ ਸਾਹਿਬ ਦੀ। ਔਰ ਜੁਮਲੇ ਆ ਰਹੇ ਨੇ, ਲੋਕਲ को वोकल करना है, अपनी बालकोनी में खड़े होकर आपने मोमबत्ती जलानी है। सर बालकोनियां किन्नियां कोले ने, ਉਹ ਤਾਂ ਸਿੱਧੇ ਹੀ ਆਪਣੇ ਵੋਟ ਬੈਂਕ ਨੂੰ, ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਨੂੰ ਉਹ ਤਾਂ ਸੰਬੋਧਨ ਹੋ ਰਹੇ ਨੇ। ਲੋਕਾਂ ਕੋਲੇ, ਲੋਕ ਤਾਂ ਬਹੁਤ ਚਿਰ ਪਹਿਲਾਂ ਤੋਂ ਗਰੀਬ ਨੇ, ਜਿਹੜੇ BPL ਵਾਲੇ ਜਾਂ ਗਰੀਬੀ ਦੀ ਰੇਖਾ ਤੋਂ ਥੱਲੇ ਜਿਹੜੇ ਨੇ, ਉਹ ਤਾਂ ਪਹਿਲਾਂ ਹੀ ਮੋਮਬੱਤੀਆਂ ਜਲਾਉਂਦੇ ਨੇ। ਉਹਨਾਂ ਦੇ ਤਾਂ ਦੀਵਿਆਂ 'ਚ ਤੇਲ ਹੈ ਹੀ ਨਹੀਂ। 500 ਦਾ ਅੰਕੜਾ ਹੋ ਗਿਆ ਜੀ, 500 ਦੇ ਲਗਭਗ ਅੰਕੜਾ ਹੋ ਗਿਆ ਜਿਹੜੇ ਮਜ਼ਦੂਰ ਸੜਕਾਂ ਤੇ ਮਾਰੇ ਗਏ ਐਕਸੀਡੈਂਟਾਂ 'ਚ। ਕੋਈ ਟ੍ਰੇਨ ਥੱਲੇ ਆ ਗਿਆ, ਕੋਈ ਟਰੱਕਾਂ ਦੇ ਐਕਸੀਡੈਂਟਾਂ 'ਚ ਮਾਰੇ ਗਏ ਲੋਕ। 3-3 ਹਜ਼ਾਰ ਕਿਲੋਮੀਟਰ ਤੁਰਨ ਵਾਸਤੇ ਆਪਣੇ, ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਮਤਲਬ ਸਾਡੇ ਦੇਸ਼ ਦੀਆਂ ਆਜ਼ਾਦੀ ਤੋਂ ਬਾਅਦ ਦੀਆਂ ਤਸਵੀਰਾਂ ਆ ਰਹੀਆਂ ਨੇ ਕਿ ਸੂਟਕੇਸਾਂ ਦੇ ਉੱਤੇ ਬੱਚੇ ਲਿਟੇ ਹੋਏ ਨੇ ਤੇ ਸੂਟਕੇਸ ਨੂੰ ਖਿੱਚ ਕੇ ਮਾਂ ਲੈ ਕੇ ਜਾ ਰਹੀ ਹੈ। ਕੀ 70 ਸਾਲਾਂ 'ਚ, 72 ਸਾਲਾਂ ਦੀ ਆਜ਼ਾਦੀ 'ਚ ਅਸੀਂ ਆਹ ਕਮਾਇਆ ਜੀ। ਖੈਰ, ਭਗਵੰਤ ਮਾਨ ਦੀਆਂ ਇਹਨਾਂ ਗੱਲਾਂ ਉੱਤੇ ਗੌਰ ਕਰਨਾ ਜ਼ਰੂਰ ਬਣਦਾ ਹੈ ਤੇ ਹੁਣ ਭਗਵੰਤ ਮਾਨ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਸਿਆਸਤ ਵੀ ਗਰਮਾਉਣ ਵਾਲੀ ਹੈ ਅਤੇ ਇਸ ਵਿੱਚ ਵੱਖੋ ਵੱਖਰੀਆਂ ਬਿਆਨਬਾਜ਼ੀਆਂ ਸਾਹਮਣੇ ਜ਼ਰੂਰ ਆਉਣਗੀਆਂ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।